ਗੁਰ ਸੋ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਏ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫੇਰ ਫੇਰ ਪਛਤਾਵੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਿਲਾਈ ਰਹਾਉ। ਇਹੋ ਕੁਟੰਬ ਸਭ ਜੀ ਕੇ ਬੰਧਨ ਪਾਈ, ਭਰਮ ਭੁਲਾ ਸੰਸਾਰਾ। ਬਿਨ ਗੁਰ ਬੰਧਨ ਟੂਟ ਹੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪੁਛਾਣ ਹੈ, ਮਰ ਜਨਮਹਿ ਵਾਰੋ ਵਾਰਾ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਇ ਨ ਕਿਸਹੀ ਕੇਰਾ। ਗੁਰਮੁਖ ਮਹਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਇੱਥੈ ਬੂਝੈ ਸੋ ਆਪ ਪੁਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਊਪਰ, ਜਿਹਾ ਭਾਉ ਤੇਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਏਕ ਨਦਰ ਕਰ ਵੇਖੈ ਸਭ ਊਪਰ, ਜਿਹਾ ਭਾਉ ਤੇਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸਾਂ ਘਰ ਜਪੇ, ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ।
ਐਸੇ ਕਰਨ ਕਾਰਣ ਦੀਨ ਦਿਆਲ ਭਗਤ ਬਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਅੰਦਰ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਨਤਮਸਤਕ ਹੋ ਰਹੀ गुरु की साजी और नवाजी हुई गुरु का खास रूप गुरु खालसा साध संगत वड्डियां भागां वाले हो कि महीनावारी समागम पंचमी दे जोड़ मेल बहुत ही शरधा भावना अदब सत्कार सहित गुरु चरना विच एकत्र हो के आप जी मना रहे हो। साहिब नौवें गुरुदेव का हुक्म है इस स्थान ते कि पंचमी वाले दिन जेड़ा कोई माई भाई इत्थे हाजरी भरेगा साडे चरनां नाल पाक पवित्र होए सरोवर विच इशनान करेगा तिन्हां दे दुखां दी निवृत्ति होवेगी। नौवे पातशाह दे बचनां नाल ही हर महीने इस स्थान ते पंचमी दे जोड़ मेले मनाए जाते हैं। पंचमी नाल सतगुरु नौवे पातशाह दा संबंध है क्योंकि बसंत पंचमी वाले दिन सतगुरु जी ने इस स्थान ते चरण पाए सन। दूसरा मगर सुदी पंचमी वाले दिन जिस दिन सतगुरां ने तिलक ते जंजू की राखी लिए अपनी शहादत दी है उस दिन भी पंचमी का दिन सी। इस करके नौवें पातशाह दे जितने इतिहासक स्थान ने उन्हां स्थानां ते महीनावारी पंचमी दे जोड़ मेले ही मनाए जाते हैं। ज़्यादा तौर ते गुरु साहब की दया दे पात्र बन रहे हो। पावन सरोवर जिहदे विच सतगुरां ने अपने चरण पा के भाई भाग राम नूं बचन कीते सन कि जिसनूं कोई दुख है इस सरोवर दे विच इशनान करो तिन्हां दे दुख की निवृत्ति होवेगी। धन गुरु तेग बहादुर साहब सच्चे पातशाह जी महाराज जी की कला जाहर कला अज भी सतगुरां दे इस स्थान ते वरत रही है। अमृतमयी गुरबाणी आसा जी दी वार दे शब्द कीर्तन आप जी ने बड़े अदब सत्कार सहित सरवण कीते हैं। खालसा जी सतगुरु नौवें पातशाह दे इस पावन स्थान ते बेअंत पातशाह जी दीयां कलावां वरतदियां हन। तकरीबन 2 महीने पहला मैं हैदराबाद एक गुरमत समागम विच हाजरी भरन लई गया सी। बकायदा उत्थे एक माई उन्होंने पता लगा कि दुख निवारण साहब तो कथाकार आए हैं। वो बड़ा लम्मा पैंडा तय करके उस स्थान ते पुजी। उन्हें एक बचन सुनाया इस स्थान का। कहन लगी मेरे केसां दे विच सिर दे विच जख्म सन खुरक खुरक के मेरे सिर नूं मेरी दुर्दशा सी। बहुत सारे डॉक्टर वैद्यां कोल इलाज कराया पर इलाज नहीं सी हुंदा। कहदी पंजाब असीं स्थानां दी यात्रा ते आए हुए सी। खुरक नाल परेशान सी कि केसां च खुरक हुंदी सी।
ਦੁੱਖ ਨਿਵਾਰਨ ਸਾਹਿਬ ਕਹਿਣ ਲੱਗੀ, ਮੈਂ ਜਦੋਂ ਜਾ ਕੇ ਹਾਜ਼ਰੀ ਭਰੀ, ਇਸ਼ਨਾਨ ਕੀਤਾ, ਨਮਸਕਾਰ ਕੀਤੀ, ਨੌਵੇਂ ਪਾਤਸ਼ਾਹ ਦਾ ਤਰਸ ਵਰਤਿਆ। ਜਿਹੜੀ ਖੁਰਕ ਕਿਸੇ ਦਵਾਈ ਨਾਲ ਰਾਜੀ ਨਹੀਂ ਸੀ ਹੁੰਦੀ, ਨੌਵੇਂ ਪਾਤਸ਼ਾਹ ਦੇ ਤਰਸ ਨਾਲ ਮੈਂ ਬਿਲਕੁਲ ਹੀ ਉੱਥੇ ਤੰਦਰੁਸਤ ਹੋ ਗਈ ਉਸੇ ਦਿਨ ਹੀ। ਐਸੀਆਂ ਬੇਅੰਤ ਖੇਡਾਂ ਸਤਿਗੁਰਾਂ ਦੀਆਂ ਵਰਤਦੀਆਂ ਹਨ, ਕਿਉਂਕਿ ਭਾਵਨਾ ਵਾਲਿਆਂ ਦੇ ਬੇੜੇ ਬੰਨੇ ਲੱਗਦੇ ਨੇ ਗੁਰੂ ਖਾਲਸਾ ਜੀ, ਜਿਨ੍ਹਾਂ ਅੰਦਰ ਭਾਵਨਾ ਹੈ। ਭਾਵਨਾ ਵਿਹੂਣ ਮਨੁੱਖ ਤਾਂ ਪਸ਼ੂਆਂ ਦੇ ਮਨਿੰਦ ਨੇ। ਹੁਣ ਪਸ਼ੂ ਨੂੰ ਕੀ ਪਤਾ ਹੈ ਕਿ ਕੀ ਖੇਡ ਹੁੰਦੀ ਹੈ? ਜਿਹਦੇ ਅੰਦਰ ਭਾਵਨਾ ਨਹੀਂ ਉਹ ਪਸ਼ੂ ਹੈ। ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਵਿੱਚ ਭਾਵਨਾ ਵਿਹੂਣੇ ਮਨੁੱਖ ਨੂੰ ਪਸ਼ੂ ਦੇ ਸਮਾਨ ਲਿਖਿਆ ਹੈ। ਜਿਹਦੇ ਅੰਦਰ ਭਾਵਨਾ ਹੈ ਉਹੀ ਮਨੁੱਖ ਹੈ। ਗੁਰੂ ਸਾਹਿਬ ਦੇ ਉੱਤੇ ਜਿਹੜਾ ਕੋਈ ਭਾਵਨਾ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਬੇੜੇ ਬੰਨੇ ਲਾਉਂਦੇ ਹੈ। ਆਓ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੇ ਸ਼ਬਦ ਨਾਲ ਜੁੜੀਏ। ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹੋ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਸੋਰਠ ਰਾਗ ਹੈ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਮਾਣਿਆਂ ਦੇ ਮਾਣ ਸਤਿਗੁਰੂ ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਮੁਖ ਵਾਕ ਉਚਾਰਨ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਉਹ ਸਿੱਖ ਉਹੀ ਸਾਡਾ ਮਿੱਤਰ ਹੈ। ਸਖਾ ਕਹਿੰਦੇ ਆ ਮਿੱਤਰ ਨੂੰ। ਉਹੀ ਸਾਡਾ ਬੰਧਪ ਹੈ, ਰਿਸ਼ਤੇਦਾਰ ਹੈ, ਤੇ ਉਹੀ ਸਾਡਾ ਭਰਾ ਹੈ। ਪੁੱਛਿਆ ਜੀ ਕੌਣ? ਮਹਾਰਾਜ ਜੀ ਕਹਿੰਦੇ ਜਿਹੜਾ ਆਪਣੇ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ 'ਚ ਚੱਲਦਾ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਉਹੀ ਸਾਡਾ ਬੰਧਪ ਹੈ, ਉਹੀ ਅਸਲ ਵਿੱਚ ਗੁਰੂ ਕਾ ਸਿੱਖ ਹੈ। ਸਾਡਾ ਸਖਾ ਵੀ ਉਹ ਹੈ, ਰਿਸ਼ਤੇਦਾਰ ਵੀ ਉਹ ਹੈ, ਸਾਡਾ ਭਰਾ ਵੀ ਉਹ ਹੈ ਜਿਹੜਾ ਗੁਰੂ ਦੇ ਭਾਣੇ 'ਚ ਚੱਲੇ। ਗੁਰੂ ਦਾ ਭਾਣਾ ਕੀ ਹੈ? ਗੁਰੂ ਨੂੰ ਕੀ ਭਾਉਂਦਾ ਭਾਈ? ਗੁਰੂ ਨੂੰ ਭਾਉਂਦਾ ਹੈ ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ। ਗੁਰੂ ਨੂੰ ਭਾਉਂਦਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ, ਸਿਮਰਨ ਕਰੇ। ਗੁਰੂ ਨੂੰ ਭਾਉਂਦਾ ਕਿ ਗੁਰੂ ਕਾ ਸਿੱਖ ਪਰਉਪਕਾਰੀ ਬਿਰਤੀ ਦਾ ਧਾਰਨੀ ਹੋ ਕੇ ਪਰਉਪਕਾਰ ਕਰੇ, ਭਲੇ ਕਰਮਾਂ 'ਚ ਪ੍ਰਵਿਰਤ ਹੋਵੇ, ਕਿਸੇ ਦੀ ਨਿੰਦਾ ਚੁਗਲੀ ਨਾ ਕਰੇ, ਕਿਸੇ ਨਾਲ ਠੱਗੀ ਠੋਰੀ ਨਾ ਕਰੇ, ਪਰਉਪਕਾਰੀ ਤੇ ਦਇਆ ਦੀ ਬਿਰਤੀ ਆਪਣੇ ਹਿਰਦੇ 'ਚ ਰੱਖੇ। ਗੁਰੂ ਨੂੰ ਭਾਉਂਦਾ ਹੈ, ਗੁਰੂ ਦਾ ਭਾਣਾ ਹੈ। ਖਾਲਸਾ ਜੀ, ਪਰ ਬੰਦੇ ਨੂੰ ਕੀ ਭਾਉਂਦਾ ਹੈ? ਬੰਦੇ ਨੂੰ ਭਾਉਂਦਾ ਵੀ ਮੈਂ ਠੱਗੀਆਂ ਵੀ ਕਰ ਲਵਾਂ, ਮੈਂ ਝੂਠ ਵੀ ਬੋਲ ਲਵਾਂ, ਨਿੰਦਾ ਵੀ ਕਰ ਲਵਾਂ, ਚੁਗਲੀ ਵੀ ਕਰ ਲਵਾਂ। ਇਹ ਹੁੰਦਾ ਆਪਣਾ ਭਾਣਾ ਵੀ ਜੋ ਮੈਨੂੰ ਚੰਗਾ ਲੱਗੇ ਮੈਂ ਉਹ ਕਰਾਂ। ਮਹਾਰਾਜ ਭਗਤ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਸੁਣਦੇ ਹਾਂ। ਉਹਦੇ ਅਰਥ ਮਹਾਂਪੁਰਸ਼ ਇਸ ਤਰ੍ਹਾਂ ਕਰਦੇ ਨੇ, ਭਾਵੈ ਲਾਂਬੇ ਕੇਸ ਕਰ, ਭਾਵੈ ਘਰ ਮੁੰਡਾਏ।
ਆਮ ਕਰਕੇ ਤਾਂ ਅਰਥ ਹੁੰਦਾ ਵੀ ਭਾਵੇਂ ਤੂੰ ਲੰਮੇ ਕੇਸ ਰੱਖ ਲੈ ਤੇ ਭਾਵੇਂ ਤੂੰ ਕਰੜ ਕਰਕੇ ਮੁੰਡਾ ਲੈ, ਪਰ ਮਹਾਂਪੁਰਸ਼ ਇਹਦਾ ਅਰਥ ਇਉਂ ਕਰਦੇ ਨੇ ਕਿ ਗੁਰੂ ਨੂੰ ਤਾਂ ਭਾਉਂਦਾ ਵੀ ਤੂੰ ਲੰਮੇ ਕੇਸਾਂ ਵਾਲਾ ਹੋਵੇਂ, ਸਾਬਤ ਸੂਰਤ ਹੋਵੇਂ, ਭਾਵੇਂ ਲੰਬੇ ਕੇਸ ਕਰ। ਗੁਰੂ ਨੂੰ ਭਾਉਂਦਾ ਵੀ ਤੇਰੇ ਲੰਬੇ ਕੇਸ ਹੋਣ, ਤੂੰ ਕੇਸਾ ਧਾਰੀ ਹੋਵੇਂ, ਪਰ ਤੈਨੂੰ ਭਾਉਂਦਾ ਵੀ ਘਰ ਮੁੰਡਾਏ ਵੀ ਮੈਂ ਇਹਨੂੰ ਕਟਾ ਦਿਆਂ। ਇਹੋ ਜੀ ਬਿਰਤੀ ਵਾਲੇ ਵੀ ਹੈਨ। ਗੁਰੂ ਖਾਲਸਾ ਜੀ, ਗੁਰੂ ਕਾ ਸਿੱਖ ਆਪਣੇ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ 'ਚ ਚੱਲਦਾ, ਜੋ ਮੇਰੇ ਗੁਰੂ ਨੇ ਕਿਹਾ, ਜੋ ਗੁਰ ਦੱਸੈ ਬਾਟ, ਜਿਹੜਾ ਰਾਹ ਗੁਰੂ ਸਾਹਿਬ ਨੇ ਦੱਸਿਆ ਉਸ ਰਸਤੇ ਤੇ ਚੱਲਣਾ, ਉਸ ਮਾਰਗ ਤੇ ਚੱਲਣਾ, ਇਹੀ ਹੈ ਗੁਰੂ ਦਾ ਭਾਣਾ। ਪਾਤਸ਼ਾਹ ਕਹਿੰਦੇ ਜਿਹੜੇ ਇਸ ਤਰ੍ਹਾਂ ਸਤਿਗੁਰਾਂ ਦੇ ਭਾਣੇ 'ਚ ਚੱਲਦੇ ਨੇ, ਗੁਰੂ ਦੀ ਰਜ਼ਾ 'ਚ ਚੱਲਦੇ ਨੇ ਰਾਜੀ ਹੋ ਕੇ। ਪੁੱਛਿਆ ਜੀ ਪਰਮੇਸ਼ਰ ਨੂੰ ਚੰਗੇ ਕਿਹੜੇ ਲੱਗਦੇ ਆ, ਗੁਰੂ ਨੂੰ ਚੰਗੇ ਕਿਹੜੇ ਲੱਗਦੇ ਆ? ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੂੰ ਕਿਸੇ ਨੇ ਪੁੱਛਿਆ, ਭਾਈ ਸਾਹਿਬ ਜੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਵੇਦ ਵਿਆਸ ਹੋ, ਕਿਰਪਾ ਕਰਕੇ ਦੱਸੋ ਕਿ ਗੁਰੂ ਨੂੰ ਕਿਹੜੇ ਸਿੱਖ ਭਾਉਂਦੇ ਆ, ਕਿਹੜੇ ਬੰਦੇ ਚੰਗੇ ਲੱਗਦੇ ਆ? ਤਾਂ ਭਾਈ ਸਾਹਿਬ ਨੇ ਬੜਾ ਸੁੰਦਰ ਬਚਨ ਕਿਹਾ। ਉਹ ਕਹਿੰਦੇ ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੇ। ਭਾਈ ਗੁਰਦਾਸ ਜੀ ਦਾ ਕਥਨ ਹੈ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੇ। ਆਪਣੇ ਖਸਮ ਨੂੰ, ਆਪਣੇ ਮਾਲਕ ਨੂੰ, ਆਪਣੇ ਪਰਮੇਸ਼ਰ ਨੂੰ ਉਹੀ ਭਾਉਂਦਾ ਜਿਹਨੂੰ ਉਹਦਾ ਭਾਣਾ ਚੰਗਾ ਲੱਗਦਾ, ਜਿਹਨੂੰ ਉਹਦਾ ਹੁਕਮ ਚੰਗਾ ਲੱਗਦਾ, ਜਿਹਨੂੰ ਉਹਦੀ ਰਜ਼ਾ ਚੰਗੀ ਲੱਗਦੀ ਹੈ। ਤੇ ਜਿਹਨੂੰ ਉਹਦਾ ਭਾਣਾ ਹੀ ਨਹੀਂ ਭਾਉਂਦਾ, ਉਹਦੀ ਰਜ਼ਾ ਹੀ ਚੰਗੀ ਨਹੀਂ ਲੱਗਦੀ, ਫਿਰ ਉਹ ਵੀ ਮਾਲਕ ਨੂੰ ਨਹੀਂ ਭਾਉਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਾਣੇ 'ਚ ਚੱਲਦੇ ਆ ਉਹੀ ਸਿੱਖ ਨੇ, ਔਰ ਇਹੋ ਜਿਹੇ ਜਿਹੜੇ ਸਿੱਖ ਨੇ ਉਹੀ ਮੇਰੇ ਵਾਸਤੇ ਮੇਰੇ ਬੰਧਪ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਭਰਾ ਨੇ, ਮੇਰੇ ਸਖਾ ਤੇ ਮਿੱਤਰ ਨੇ, ਜਿਹੜੇ ਗੁਰੂ ਦੇ ਭਾਣੇ 'ਚ ਚੱਲਦੇ ਹਨ। ਆਪਣੇ ਭਾਣੇ ਜੋ ਚੱਲੇ ਭਾਏ, ਵਿਛੜ ਚੋਟਾਂ ਖਾਵੇ। ਜਿਹੜੇ ਆਪਣੇ ਭਾਣੇ 'ਚ ਚੱਲਦੇ ਆਪਣੀ ਮਰਜ਼ੀ ਨਾਲ, ਮੈਂ ਜੋ ਮੈਨੂੰ ਚੰਗਾ ਲੱਗੇ ਮੈਂ ਉਹ ਕਰਾਂ, ਉਹਨੂੰ ਕਹਿੰਦੇ ਆਪਣਾ ਭਾਣਾ। ਗੁਰੂ ਨੂੰ ਭਾਉਂਦਾ ਵੀ ਸਿੱਖਾ ਤੂੰ ਨਿੰਦਾ ਨਾ ਕਰ, ਪਰ ਇਹਨੂੰ ਚੰਗਾ ਲੱਗੇ ਵੀ ਮੈਂ ਨਿੰਦਾ ਕਰਨੀ ਹੈ। ਗੁਰੂ ਨੂੰ ਭਾਉਂਦਾ ਕਿ ਤੂੰ ਝੂਠ ਨਾ ਬੋਲ, ਪਰ ਇਹਨੂੰ ਚੰਗਾ ਲੱਗਦਾ, ਇਹਨੂੰ ਭਾਉਂਦਾ ਵੀ ਮੈਂ ਝੂਠ ਵੀ ਬੋਲਾਂ। ਗੁਰੂ ਨੂੰ ਭਾਉਂਦਾ ਕਿ ਤੂੰ ਚੁਗਲੀ ਨਾ ਕਰੇ, ਪਰ ਇਹਨੂੰ ਚੰਗਾ ਲੱਗਦਾ, ਭਾਉਂਦਾ ਵੀ ਮੈਂ ਚੁਗਲੀ ਕਰਾਂ, ਠੱਗੀਆਂ ਕਰਾਂ। ਇਦਾਂ ਦੀ ਬਿਰਤੀ ਜਿਹੜੀ ਹੈ ਇਹਨੂੰ ਕਹਿੰਦੇ ਨੇ ਆਪਣੇ ਭਾਣੇ 'ਚ ਚੱਲਣਾ, ਜਿਵੇਂ ਆਪਣੀ ਮਰਜ਼ੀ ਮੁਤਾਬਕ, ਆਪਣੀ ਇੱਛਾ ਮੁਤਾਬਕ। ਗੁਰੂ ਖਾਲਸਾ ਜੀ, ਜਿਹੜਾ ਅੱਜ ਦਾ ਵਰਤਮਾਨ ਦਾ ਸਮਾਂ ਚੱਲਦਾ ਹੈ, ਜਿਹੜੀ ਗੱਲ ਸਾਨੂੰ ਸਾਡੇ ਮੁਤਾਬਕ ਜਾਪੇ ਅਸੀਂ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਨੇ ਕਹੀ ਹੈ, ਚਲੋ ਇਹ ਮੰਨ ਲਈਏ, ਜਿਹਦੇ 'ਚ ਸਾਨੂੰ ਚੰਗਾ ਲੱਗੇ ਵੀ ਸਾਡਾ ਫਾਇਦਾ ਹੁੰਦਾ ਹੈ, ਸਾਡਾ ਲਾਭ ਹੁੰਦਾ ਹੈ। ਉਦਾਂ ਗੁਰੂ ਕੀ ਆਗਿਆ ਨੂੰ ਭਾਵੇਂ ਪਾਲੀਏ ਨਾ ਪਾਲੀਏ, ਪਰ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਈ ਐਸੀ ਗੱਲ ਜਿਹਦੇ ਵਿੱਚ ਇਹ ਵੇਖੀਏ ਵੀ ਸਾਡਾ ਫਾਇਦਾ ਹੋ ਰਿਹਾ ਹੈ, ਅਸੀਂ ਝੱਟ ਕਹਿੰਦੇ ਵੇਖੋ ਜੀ ਗੁਰੂ ਸਾਹਿਬ ਦਾ ਕਹਿਣਾ ਮੰਨਦੇ ਹਾਂ ਅਸੀਂ। ਇੱਕ ਚੇਲਾ ਸੀ, ਇੱਕ ਸੰਤ ਜੀ ਦੇ ਪਾਸ ਰਿਹਾ ਕਰਦਾ। ਮੀਂਹ ਪੈਣ ਲੱਗਾ, ਬਾਹਰ ਇੱਕ ਗਾਏ ਬੱਧੀ ਹੋਈ, ਮੀਂਹ ਦੇ ਵਿੱਚ ਪੈਣਾ ਹੀ ਸੀ ਹਾਲੇ ਮੀਂਹ। ਉਸ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਵੀ ਜਾ ਗਾਂ ਨੂੰ ਬੰਧਨ ਮੁਕਤ ਕਰ ਦੇ, ਵੀ ਮੀਂਹ 'ਚ ਭਿੱਜ ਜਾਏਗੀ, ਉਹਨੂੰ ਬੰਧਨ ਮੁਕਤ ਕਰ ਦੇ, ਉਹਦੀ ਰੱਸੀ ਖੋਲ ਦੇ। ਕਹਿਣ ਲੱਗਾ ਗੁਰੂ ਜੀ ਮੈਂ ਤਾਂ ਆਪ ਬੰਧਨ 'ਚ ਪਿਆ ਹੋਇਆ, ਮੈਂ ਇਸ ਨੂੰ ਕੀ ਮੁਕਤ ਕਰਾਂਗਾ, ਮੈਂ ਤਾਂ ਆਪ ਬੰਧਨ ਵਿੱਚ ਹਾਂ, ਮੈਂ ਇਸ ਗਾਂ ਨੂੰ ਕੀ ਬੰਧਨ ਤੋਂ ਮੁਕਤ ਕਰਾਂਗਾ ਭਲਾ।
ਉਹ ਵਿਚਾਰਾ ਜਿਹੜਾ ਸਾਧੂ ਸੀ ਆਪ ਉੱਠਿਆ, ਉੱਠ ਕੇ ਜਾ ਕੇ ਉਹਨੇ ਗਾਂ ਦੀ ਰੱਸੀ ਖੋਲੀ ਤੇ ਉਹਨੂੰ ਉਥੋਂ ਪਾਸੇ ਹਟਾਇਆ। ਫਿਰ ਬੈਠਿਆ ਉਹਨੇ ਆਖਿਆ, ਬੇਟਾ ਏਦਾਂ ਕਰ, ਪਾਣੀ ਦੀ ਲੋੜ ਹੈ, ਜਾ ਕੇ ਪਾਣੀ ਭਰ ਕੇ ਲੈ ਆ। ਕਹਿਣ ਲੱਗਾ, ਮਹਾਰਾਜ ਸੰਤ ਜੀ, ਮੈਂ ਤੁਹਾਡਾ ਬੜਾ ਸਤਿਕਾਰ ਕਰਦਾ, ਅਦਬ ਕਰਦਾ, ਪਾਣੀ ਭਰਨ ਲਈ ਜਾਵਾਂਗਾ ਤੇ ਮੇਰੀ ਤੁਹਾਡੇ ਵੱਲ ਪਿੱਠ ਹੋਵੇਗੀ, ਮੈਂ ਤੁਹਾਡੇ ਵੱਲ ਪਿੱਠ ਨਹੀਂ ਕਰ ਸਕਦਾ, ਮੈਂ ਤੁਹਾਡਾ ਨਿਰਾਦਰ ਨਹੀਂ ਕਰ ਸਕਦਾ। ਵਿਚਾਰੇ ਸੰਤ ਜੀ ਨੇ ਵੀ ਆਖਿਆ ਚਲੋ। ਤਾਂ ਉਸ ਵਕਤ ਸੰਤ ਜੀ ਨੇ ਆਪ ਬਾਲਟੀ ਚੁੱਕੀ ਤੇ ਜਾ ਕੇ ਪਾਣੀ ਭਰਨ ਲਈ ਟੁਰ ਪਏ। ਪਾਣੀ ਭਰ ਕੇ ਲੈ ਆਏ। ਰਾਤ ਬੀਤ ਗਈ। ਅਗਲੇ ਦਿਨ ਸਵੇਰੇ ਕੋਈ ਲੱਡੂ ਲੈ ਕੇ ਆ ਗਿਆ। ਲਓ ਸੰਤ ਜੀ, ਸਾਡੇ ਘਰ ਖੁਸ਼ੀ ਆਈ ਹੈ, ਲੱਡੂ ਛਕੋ। ਉਸੇ ਚੇਲੇ ਨੂੰ ਸੱਦਿਆ, ਕਹਿਣ ਲੱਗੇ, ਆ ਜਾ ਬੇਟਾ, ਇਹ ਲੱਡੂਆਂ ਦਾ ਪ੍ਰਸ਼ਾਦ ਲੈ ਲੈ। ਕਹਿੰਦਾ, ਮਹਾਰਾਜ ਤੀਸਰਾ ਬਚਨ ਤੁਹਾਡਾ ਮੈਂ ਨਹੀਂ ਮੋੜ ਸਕਦਾ, 2 ਬਚਨ ਮੈਂ ਤੁਹਾਡੇ ਪਹਿਲਾਂ ਮੋੜੇ ਐ। ਲਿਆਓ ਮਹਾਰਾਜ ਜੀ, ਹੁਣ ਇਹ ਬਚਨ ਨਹੀਂ ਮੋੜਦਾ, ਲੱਡੂ ਤਾਂ ਛਕਾਂਗੇ। ਤਕਰੀਬਨ ਜਿੱਥੇ ਸਾਡੀ ਬਿਰਤੀ ਵਿੱਚ ਸਾਨੂੰ ਇਹ ਲੱਗੇ ਵੀ ਸਾਡਾ ਕੋਈ ਸਵਾਰਥ ਸਿੱਧ ਹੁੰਦਾ ਹੈ, ਉੱਥੇ ਅਸੀਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਹਾਂ। ਪਰ ਜਿੱਥੇ ਅਸੀਂ ਵੇਖਦੇ ਹਾਂ ਵੀ ਸਾਨੂੰ ਕੋਈ, ਵੈਸੇ ਤਾਂ ਗੁਰੂ ਦਾ ਜਿਹੜਾ ਬਚਨ ਮੰਨਾਂਗੇ ਉਹਦੇ 'ਚ ਹੀ ਲਾਭ ਹੈ, ਪਰ ਮਨੁੱਖ ਪਦਾਰਥਵਾਦੀ ਹੈ ਨਾ, ਇਹ ਸਥੂਲ ਬਿਰਤੀ ਨਾਲ ਵੇਖਦਾ ਵੀ ਇੱਥੇ ਹੁਣ ਮੈਨੂੰ ਲੱਗਦਾ ਨਹੀਂ ਪਿਆ ਵੀ ਮੇਰਾ ਕੋਈ ਕੰਮ ਸਿੱਧ ਹੁੰਦਾ ਹੈ, ਤਾਂ ਫਿਰ ਉੱਥੇ ਗੁਰੂ ਸਾਹਿਬ ਜੀ ਦੀ ਮਰਿਆਦਾ ਦਾ ਤਿਆਗ ਕਰਕੇ ਆਪਣੀ ਮਰਜ਼ੀ ਕਰਨ ਲੱਗ ਪੈਂਦਾ। ਖਾਲਸਾ ਜੀ, ਜਦੋਂ ਆਪਣੇ ਭਾਣੇ 'ਚ ਚੱਲਦਾ, ਆਪਣੀ ਮਰਜ਼ੀ ਨਾਲ ਕੰਮ ਕਰਦਾ ਹੈ, ਫਿਰ ਇਹਨੂੰ ਮਾਲਕ ਦੇ ਦਰ ਤੋਂ ਵਿਛੜ ਕੇ ਦਰ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਵਿਛੜ ਚੋਟਾਂ ਖਾਵੇ, ਆਪਣੇ ਮਾਲਕ ਤੋਂ, ਆਪਣੇ ਸੁਆਮੀ ਤੋਂ ਵਿਛੜ ਕੇ ਦਰ-ਬਦਰ ਭਟਕਣਾ ਪੈਂਦਾ, ਚੋਟਾਂ ਖਾਣੀਆਂ ਪੈਂਦੀਆਂ, ਜੰਮਾਂ ਦੀਆਂ ਵੀ, ਕਾਲ ਦੀਆਂ ਵੀ। ਜਦੋਂ ਆਪਣੇ ਭਾਣੇ 'ਚ ਚੱਲਦਾ, ਆਪਣੀ ਮਰਜ਼ੀ 'ਚ ਨਾਲ ਚੱਲਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਰਹੇ, ਭਾਈ ਇਹ ਮਾੜੇ ਭੈੜੇ ਕਰਮਾਂ 'ਚ ਪ੍ਰਵਿਰਤ ਨਾ ਹੋਈ, ਪਰ ਇਹਨੇ ਛੱਡੇ ਨਹੀਂ। ਆਪਣੀ ਮਰਜ਼ੀ ਦੇ ਨਾਲ ਉਹਨਾਂ ਭੈੜਿਆਂ ਕਰਮਾਂ ਦੇ ਵਿੱਚ ਪ੍ਰਵਿਰਤ ਹੋਇਆ, ਆਪ ਹੁਦਰੀਆਂ ਕਰਦਾ ਰਿਹਾ। ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਹੋ ਜਿਹੇ ਬੰਦੇ ਜਿਹੜੇ ਹਨ, ਆਪਣੇ ਮਾਲਕ ਦੇ ਦਰੋਂ ਵਿਛੜ ਕੇ ਦਰ ਚੋਟਾਂ ਖਾਂਦੇ ਹਨ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਸਤਿਗੁਰਾਂ ਤੋਂ ਬਿਨਾਂ ਕਿਤੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਣੀ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਸਤਿਗੁਰਾਂ ਤੋਂ ਬਿਨਾਂ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਣੀ। ਫਿਰ ਪਛੋਤਾਵੈ, ਫਿਰ ਕੇ ਮੁੜ ਕੇ ਨੂੰ ਪਛਤਾਉਣਾ ਹੀ ਪਵੇਗਾ। ਗੁਰੂ ਤੋਂ ਵਿਹੋਣਾ ਬੇਮੁਖ ਹੋਇਆ ਮਨੁੱਖ ਕਿਤੇ ਵੀ ਸੁੱਖ ਦੀ ਪ੍ਰਾਪਤੀ ਦੀ ਆਸ ਨਾ ਕਰੇ, ਨਾ ਹੀ ਉਹਨੂੰ ਸੁੱਖ ਮਿਲਣਾ ਹੈ। ਬੇਮੁਖ ਹੋਏ ਮਨੁੱਖ ਨੂੰ, ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਉਹ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਉਹਦੇ ਪੱਲੇ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ, ਪਛਤਾਤਾਪ ਹੀ ਰਹਿ ਜਾਂਦਾ ਹੈ। ਦੁਨੀ ਚੰਦ ਗੁਰੂ ਕਲਗੀਧਰ ਤੋਂ ਬੇਮੁਖ ਹੋ ਕੇ ਗਿਆ, ਪਛਤਾਵੇ 'ਚ ਹੀ ਮਰ ਗਿਆ। ਲੋਕਾਂ ਨੇ ਲਾਹਨਤਾਂ ਪਾਈਆਂ, ਉਹ ਤੂੰ ਭਾਈ ਸਾਲੋ ਦੇ ਨਾਂ ਨੂੰ ਕਲੰਕ ਲਾ ਆਇਆ, ਉਹਨਾਂ ਦੇ ਖਾਨਦਾਨ 'ਚੋਂ ਸੀ, ਤੂੰ ਗੁਰੂ ਕੀ ਸਿੱਖੀ ਨਾ ਨਿਭਾਈ ਤੇ ਗੁਰੂ ਤੋਂ ਬੇਮੁਖ ਹੋ ਕੇ ਭੱਜ ਆਇਆ। ਘਰ ਦੇ ਵਿੱਚ ਪਿਛਲੇ ਪਾਸੇ ਇੱਕ ਕੋਠਾ ਸੀ, ਉੱਥੇ ਹੀ ਲੁਕਿਆ ਰਹਿੰਦਾ, ਬਾਹਰ ਨਹੀਂ ਨਿਕਲਦਾ। ਅੰਦਰ ਹੀ ਪਛਤਾਉਂਦਾ ਮਰ ਗਿਆ ਵੀ ਕਿਹੜੀ ਮਾੜੀ ਘੜੀ ਸੀ, ਮੈਂ ਸਤਿਗੁਰਾਂ ਤੋਂ ਆ ਗਿਆ, ਲੱਤ ਟੁੱਟ ਗਈ ਸੀ। ਉੱਥੇ ਹੀ ਸੱਪ ਡੰਗਿਆ ਤੇ ਚਲਾਣੇ ਕਰ ਗਿਆ। ਜਿਹੜਾ ਗੁਰੂ ਤੋਂ ਬੇਮੁਖ ਹੋਇਆ, ਉਹਦੇ ਪੱਲੇ ਕੇਵਲ ਪਛਤਾਵਾ ਹੀ ਪਿਆ। ਇਸ ਕਰਕੇ ਉਹਨੂੰ ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਤੋਂ ਵੀ ਹੋਣੇ ਮਨੁੱਖ ਨੂੰ, ਬੰਦੇ ਨੂੰ ਸੁੱਖ ਨਹੀਂ ਮਿਲਦਾ ਕਦੇ।
ਫਿਰ ਪਛਤਾਵੈ, ਉਹ ਫਿਰ ਕੇ ਪਛਤਾਵਾ ਕਰਦੇ ਹਨ। ਹਰ ਕੇ ਦਾਸ ਸੁਹੇਲੇ ਪਾਏ। ਇਹ ਭਾਈ ਜਿਹੜੇ ਹਰੀ ਦੇ ਦਾਸ ਨੇ, ਪਰਮੇਸ਼ਰ ਦੇ ਪਿਆਰੇ ਨੇ, ਉਹ ਸਦਾ ਹੀ ਸੁਖੀ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਰੱਬ ਦੇ ਪਿਆਰੇ ਹਰੀ ਦੇ ਦਾਸ ਸਦਾ ਹੀ ਸੁਖੀ ਨੇ। ਇਸ ਲੋਕ ਵਿੱਚ ਵੀ ਸੁਖੀ ਨੇ ਤੇ ਪਰਲੋਕ ਵਿੱਚ ਵੀ ਸੁਖੀ ਨੇ, ਦੋਹਾਂ ਜਹਾਨਾਂ 'ਚ ਸੁਖੀ ਨੇ ਰੱਬ ਦੇ ਪਿਆਰੇ। ਇਹ ਸੰਸਾਰ ਵਿੱਚ ਰਹਿੰਦਿਆਂ ਵੀ ਉਹ ਸੁਖ ਹੀ ਮਾਣਦੇ ਐ। ਸਰੀਰਕ ਤੌਰ ਤੇ ਭਾਵੇਂ ਬਾਹਰੋਂ ਅਨੇਕ ਪ੍ਰਕਾਰ ਦੇ ਕਸ਼ਟ ਦੁੱਖ ਸੁੱਖ ਉਹ ਤਾਂ ਬਣੇ ਹੀ ਹੋਏ ਨੇ ਗੁਰੂ ਖਾਲਸਾ ਜੀ, ਪਰ ਸੁਰਤ ਕਰਕੇ ਤਿਨਾਂ ਦੀ ਸੁਰਤ ਇਤਨੀ ਉੱਚੀ ਹੋ ਚੁੱਕੀ ਹੁੰਦੀ ਹੈ ਕਿ ਦੁਨੀਆ ਦੇ ਦੁੱਖ ਉਹਨਾਂ ਨੂੰ ਦੁੱਖ ਵਿਆਪਦੇ ਹੀ ਨਹੀਂ, ਨਾ ਸੁੱਖਾਂ ਨਾਲ ਸਨੇਹ ਹੈ। ਉਹਨਾਂ ਅੰਦਰ ਅਖੇੜਾ ਤੇ ਵਿਗਾਸ ਬਣਿਆ ਰਹਿੰਦਾ ਹੈ। ਇਸ ਕਰਕੇ ਇੱਥੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਹਰੀ ਦੇ ਦਾਸ ਸਦਾ ਹੀ ਸੁਹੇਲੇ ਨੇ। ਸੁਹੇਲੇ ਦਾ ਮਤਲਬ ਹੁੰਦਾ ਵੀ ਸੁਖੀ ਨੇ, ਉਹ ਸਦਾ ਹੀ ਸੁਖੀ ਰਹਿੰਦੇ ਨੇ। ਜਹ ਜਾਈਐ ਤਹਾਂ ਸੁਹੇਲੇ, ਉਹ ਜਿੱਥੇ ਜਾਣ ਉੱਥੇ ਹੀ ਸੁਖੀ ਹਨ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਆਪੇ ਮੇਲ ਮਿਲਾਏ। ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਕਿਲ ਵਿਖ ਪਾਪ ਕਰਮ ਵਾਹਿਗੁਰੂ ਨੇ, ਪਰਮੇਸ਼ਰ ਨੇ ਦਇਆ ਕਰਕੇ ਆਪਣਿਆਂ ਸੇਵਕਾਂ ਦੇ ਕੱਟ ਦਿੱਤੇ ਨੇ। ਜਿਹੜੇ ਉਸ ਨਿਰੰਕਾਰ ਪਰਮੇਸ਼ਰ ਦੇ ਦਰ ਘਰ ਦੇ ਸੇਵਕ ਨੇ, ਉਹਨਾਂ ਦੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਮਾਲਕ ਨੇ ਪਰਮੇਸ਼ਰ ਨੇ ਕੱਟ ਦਿੱਤੇ ਹਨ। ਆਪੇ ਮੇਲ ਮਿਲਾਈ, ਵਾਹਿਗੁਰੂ ਜੀ ਨੇ, ਪਰਮੇਸ਼ਰ ਜੀ ਨੇ ਆਪ ਕਿਰਪਾ ਕਰਕੇ ਦਇਆ ਕਰਕੇ ਤਿਨਾਂ ਦਾ ਆਪਣੇ ਨਾਲ ਮੇਲ ਮਿਲਾ ਲਿਆ। ਤਿਨਾਂ ਨੂੰ ਆਪ ਖੁਦ ਆਪਣੇ ਵਿੱਚ ਅਭੇਦ ਕਰ ਲਿਆ, ਆਪਣੇ ਵਿੱਚ ਹੀ ਮਿਲਾ ਲਿਆ ਹੈ। ਰਹਾਉ ਇਹੋ ਕੁਟੰਬ ਸਭ ਜੀ ਕੇ ਬੰਧਨ ਪਾਏ, ਭਰਮ ਭੁੱਲਾ ਸੰਸਾਰਾ। ਇਹ ਜਿਹੜਾ ਕੁਟੰਬ ਹੈ, ਕੁਟੰਬ ਕਹਿੰਦੇ ਨੇ ਟੱਬਰ ਨੂੰ, ਕੁਟੰਬ ਕਹਿੰਦੇ ਆ ਪਰਿਵਾਰ ਨੂੰ। ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਕੁਟੰਬ ਹੈ, ਇਹ ਪਰਿਵਾਰ ਹੈ, ਇਸ ਜੀਵ ਦੇ ਲਈ ਬੰਧਨ ਰੂਪ ਹੈ। ਜੀ ਕੇ ਬੰਧਨ ਭਾਈ, ਇਹ ਬੰਨਦੇ ਹੈ, ਇਹਨਾਂ ਵਿੱਚ ਰਹਿਣਾ ਬੰਧਨ ਨਹੀਂ ਹੈ। ਇਹਨਾਂ ਵਿੱਚ ਰਹਿ ਕੇ ਇਹਨਾਂ ਦੀ ਮਮਤਾ ਕਰਨੀ ਉਹ ਬੰਧਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਕੁਟੰਬ ਵਿੱਚ ਤਾਂ ਗੁਰੂ ਨਾਨਕ ਸਾਹਿਬ ਵੀ ਰਹੇ ਨੇ, ਕੁਟੰਬ 'ਚ ਪਰਿਵਾਰ 'ਚ ਧੀਆਂ ਪੁੱਤਰਾਂ ਵਿੱਚ ਤਾਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਵੀ ਰਹਿੰਦੇ ਆ। ਜੇ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਵੀ ਇਹ ਕੁਟੰਬ ਬੰਧਨ ਹੈ, ਤੇ ਫਿਰ ਕੱਲ ਨੂੰ ਕੋਈ ਸਵਾਲ ਨਾ ਕਰੇਗਾ ਵੀ ਤੁਹਾਡੇ ਗੁਰੂ ਪਾਤਸ਼ਾਹ ਇਹ ਬਚਨ ਕਰਦੇ ਆ ਵੀ ਕੁਟੰਬ ਬੰਧਨ ਹੈ, ਪਰਿਵਾਰ ਬੰਧਨ ਹੈ, ਤੇ ਫਿਰ ਉਹ ਤਾਂ ਆਪ ਪਰਿਵਾਰ 'ਚ ਰਹਿੰਦੇ ਸੀ। ਇਹ ਗੱਲ ਕਿਵੇਂ? ਖਾਲਸਾ ਜੀ, ਪਰਿਵਾਰ ਵਿੱਚ ਕੁਟੰਬ 'ਚ ਰਹਿਣਾ ਬੰਧਨ ਨਹੀਂ ਹੈ। ਉਸ ਕੁਟੰਬ ਦੀ ਜਿਹੜੀ ਮਮਤਾ ਹੈ, ਉਹਦਾ ਜਿਹੜਾ ਮੋਹ ਹੈ ਕਿ ਉਹਦੇ ਤੋਂ ਬਿਨਾਂ ਕੁਝ ਹੋਰ ਚੇਤੇ ਹੀ ਨਾ ਰਹੇ, ਉਹਨੂੰ ਬੰਧਨ ਕਿਹਾ। ਹੁਣ ਜਿਹੜਾ ਕੋਈ ਕੁਟੰਬ ਛੱਡ ਕੇ ਚਲਿਆ ਗਿਆ, ਕੋਈ ਜੰਗਲ 'ਚ ਚਲਾ ਗਿਆ, ਕੋਈ ਤੀਰਥ ਤੇ ਚਲਾ ਗਿਆ, ਉੱਥੇ ਜਾ ਕੇ ਵੀ ਜੇ ਉਹਨੂੰ ਆਪਣੇ ਪਰਿਵਾਰ ਦੀ ਮਮਤਾ ਨਹੀਂ ਭੁੱਲੀ ਤੇ ਉਹ ਜੰਗਲ ਵਿੱਚ ਬੈਠਾ ਵੀ ਬੰਧਨ 'ਚ ਹੈ, ਭਾਵੇਂ ਸਭ ਕੁਝ ਛੱਡ ਕੇ ਚਲਾ ਗਿਆ। ਜੇ ਉਹਦੇ ਮਨ 'ਚੋਂ ਮਮਤਾ ਨਹੀਂ ਗਈ, ਉਹਨਾਂ ਦੀ ਮੋਹ ਨਹੀਂ ਗਿਆ, ਤੇ ਉੱਥੇ ਬੈਠਾ ਵੀ ਉਹ ਬੰਧਨ ਵਿੱਚ ਹੈ ਗੁਰੂ ਖਾਲਸਾ ਜੀ। ਤੇ ਜਿਹਦੇ ਅੰਦਰੋਂ ਮੋਹ ਨਹੀਂ ਹੈ, ਮਮਤਾ ਨਹੀਂ ਹੈ, ਇਹ ਸਮਝੇ ਵੀ ਮੇਰਾ ਇਹਨਾਂ ਨਾਲ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦਾ ਸੰਜੋਗ ਹੈ। ਅੰਤ ਵੇਲੇ ਇਹਨਾਂ 'ਚੋਂ ਮੇਰੇ ਨੇ ਕਿਸੇ ਨੇ ਨਾਲ ਸਹਾਈ ਨਹੀਂ ਹੋਣਾ। ਜਿਹਨੇ ਸਹਾਈ ਹੋਣਾ ਮੈਂ ਉਹਨੂੰ ਆਪਣੇ ਸੁਰਤ ਵਿੱਚ, ਆਪਣੇ ਚੇਤੇ 'ਚ ਵਸਾਵਾਂ। ਇਹਨਾਂ ਨਾਲ ਮੇਰਾ ਠਾਠਾ ਬਾਗਾ ਹੈ ਤੇ ਚਿੱਤ ਮੇਰਾ ਹਰੀ ਪਰਮੇਸ਼ਰ ਨਾਲ ਲੱਗਾ ਰਹੇ। ਖਾਲਸਾ ਜੀ ਇਹਨੂੰ ਕਹਿੰਦੇ ਆ ਗੁਰਮੁਖਤਾਈ। ਮਹਾਰਾਜ ਜੀ ਕਹਿੰਦੇ ਜਿਹੜਾ ਕੁਟੰਬ ਹੈ, ਇਹਦੀ ਜਿਹੜੀ ਮਮਤਾ ਹੈ, ਇਹਦਾ ਜਿਹੜਾ ਮੋਹ ਹੈ, ਇਸ ਜੀਵ ਲਈ ਬੰਧਨ ਹੈ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ।
ਇਹ ਮਨ ਪਿਆਰਿਆ ਤੂੰ ਸਦਾ ਸੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਬੋਧਨ ਕਰਦਿਆਂ ਕਹਿੰਦੇ ਆ ਇਹ ਕੁਟੰਬ ਸਭ ਜੀਵ ਦੇ ਬੰਧਨਾਂ ਵਾਸਤੇ ਆ। ਭਰਮ ਭੁੱਲਾ ਸੰਸਾਰ ਆ, ਔਰ ਇਹ ਜਿਹੜਾ ਸੰਸਾਰ ਹੈ ਇਹ ਭਰਮ ਤੇ ਭੁਲੇਖਿਆਂ ਵਿੱਚ ਭੁੱਲਿਆ ਹੋਇਆ। ਇਹਨਾਂ ਅੰਦਰ ਭਰਮ ਪਿਆ ਹੋਇਆ। ਇਹ ਭਰਮ 'ਚ ਪਏ ਹੋਏ ਭੁੱਲੇ ਹੋਏ ਲੋਕ ਨੇ, ਜਿਸ ਕਰਕੇ ਕੁਟੰਬ ਨੂੰ ਹੀ ਆਪਣਾ ਸਭ ਕੁਝ ਸਮਝੀ ਬੈਠੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ 'ਚੋਂ ਵਿਸਾਰੀ ਬੈਠੇ ਹਨ। ਬਿਨ ਗੁਰ ਬੰਧਨ ਟੂਟ ਹੈ ਨਾਹੇ, ਗੁਰਮੁਖ ਮੋਖ ਦੁਆਰਾ। ਇਹ ਭਾਈ ਗੁਰੂ ਤੋਂ ਬਿਨਾਂ ਬੰਧਨ ਨਹੀਂ ਟੁੱਟਦੇ। ਗੁਰੂ ਤੋਂ ਬਿਨਾਂ ਬੰਧਨ ਨਹੀਂ ਟੁੱਟਦੇ। ਗੁਰੂ ਨੇ ਦਇਆ ਕਰਕੇ ਜੀਵ ਦੇ ਬੰਧਨ ਤੋੜਨੇ ਆ। ਗੁਰੂ ਤੋਂ ਬਿਨਾਂ ਬੰਧਨਾਂ ਤੋਂ ਮੁਕਤੀ ਨਹੀਂ ਮਿਲਣੀ। ਬਸ ਇਹ ਗੱਲ ਸਮਝ ਆ ਜਾਵੇ, ਗੁਰੂ ਬਿਨਾਂ ਬੰਧਨ ਨਹੀਂ ਕੱਟੇ ਜਾਣੇ। ਗੁਰੂ ਨੇ ਹੀ ਤਰਸ ਕਰਕੇ ਆਪਣੇ ਸੇਵਕ ਦੇ ਬੰਧਨ ਕੱਟਣੇ ਹਨ। ਪ੍ਰਤੱਖ ਰੂਪ ਵਿੱਚ ਬਾਲਾ ਰਾਓ ਰੁਸਤਮ ਰਾਓ ਦੇ ਬੰਧਨ ਗੁਰੂ ਕਲਗੀਧਰ ਸਵਾਮੀ ਨੇ ਕੱਟੇ ਹਨ। 52 ਰਾਜਿਆਂ ਦੇ ਬੰਧਨ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੱਟੇ ਹਨ। ਆ ਜਿਹੜੇ ਅਸਥਾਨ ਤੇ ਬੈਠੇ ਆ 9ਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਇੱਥੇ ਵੀ ਕੁਝ ਵਰੇ ਪਹਿਲਾਂ ਬਜ਼ੁਰਗ ਦੱਸਦੇ ਹਨ ਇੱਥੋਂ ਦੇ ਕਿ ਇੱਕ ਸੱਜਣ ਬੇੜੀਆਂ 'ਚ ਜਕੜਿਆ ਆਇਆ ਸੀ 9ਵੇਂ ਪਾਤਸ਼ਾਹ ਦੇ ਚਰਨਾਂ 'ਚ। ਨਮਸਕਾਰ ਨਹੀਂ ਸੀ ਕਰ ਸਕਦਾ। ਭਾਵਨਾ ਕੀਤੀ ਮਹਾਰਾਜ ਤੁਹਾਡੇ ਚਰਨਾਂ 'ਚ ਆਇਆ ਤੇ ਬੇੜੀਆਂ ਕਰਕੇ ਨਮਸਕਾਰ ਨਹੀਂ ਹੋ ਰਹੀ। 9ਵੇਂ ਪਾਤਸ਼ਾਹ ਦੇ ਤਰਸ ਨਾਲ ਉਹਦੀਆਂ ਬੇੜੀਆਂ ਖੁੱਲ ਗਈਆਂ। ਗੁਰੂ ਖਾਲਸਾ ਜੀ ਨਾਲ ਦੇ ਜਿਹੜੇ ਸਿਪਾਹੀ ਸਨ ਉਹ ਦੁਬਾਰਾ ਬੇੜੀਆਂ ਪਾਉਂਦੇ ਆ, ਬੇੜੀਆਂ ਫਿਰ ਖੁੱਲ ਜਾਂਦੀਆਂ। 2-3 ਵਾਰੀ ਬੇੜੀਆਂ ਪਾਈਆਂ, ਬੇੜੀਆਂ ਨਹੀਂ ਸੀ ਲੱਗਦੀਆਂ, ਬੇੜੀਆਂ ਖੁੱਲ ਜਾਂਦੀਆਂ। ਅਖੀਰ ਨੂੰ ਜੱਜ ਦੀ ਕਚਹਿਰੀ ਦੇ ਵਿੱਚੋਂ ਮੁਕਤ ਹੋ ਗਿਆ ਔਰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆ ਕੇ ਸੇਵਾ ਕਰਦਾ ਰਿਹਾ। ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੰਧਨ ਇਹ ਪ੍ਰਤੱਖ ਖੇਡਾਂ ਨੇ ਮਹਾਰਾਜ ਜੀ ਦੀਆਂ ਜਿਹੜੀਆਂ ਵਰਤਦੀਆਂ ਹਨ। ਗੁਰੂ ਤੋਂ ਬਿਨਾਂ ਭਾਈ ਸਿੱਖ ਦੇ ਬੰਧਨ ਨਹੀਂ ਕੱਟੇ ਜਾ ਸਕਦੇ। ਬੰਧਨ ਕੀ ਹੈ? ਬੰਧਨ ਕਈ ਪ੍ਰਕਾਰ ਦੇ ਨੇ। ਬੰਧਨ ਇੱਕ ਪ੍ਰਕਾਰ ਦਾ ਨਹੀਂ ਹੈ। ਸਾਨੂੰ ਸਭ ਤੋਂ ਪਹਿਲਾ ਪ੍ਰਥਮ ਬੰਧਨ ਹੈ ਕਿ ਅਸੀਂ ਇਹ ਬੰਧਨ ਵਿੱਚ ਆ ਵੀ ਮੇਰੀ ਫਲਾਣੀ ਜਾਤੀ ਆ। ਉਹਨੂੰ ਕਹਿੰਦੇ ਨੇ ਜਾਤੀ ਬੰਧਨ। ਮੈਂ ਫਲਾਣੀ ਜਾਤੀ ਦਾ, ਮੈਂ ਫਲਾਣੀ ਬਰਾਦਰੀ ਦਾ ਹਾਂ। ਮਾਫ ਕਰਨਾ, ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਇਸ ਬੰਧਨ ਤੋਂ ਮੁਕਤ ਹੋਏ ਹਾਂ? ਨਹੀਂ। ਇਹ ਜਾਤੀਵਾਦ ਦਾ ਬੰਧਨ ਸਾਡੇ ਹਿਰਦੇ ਵਿੱਚ ਉਸੇ ਤਰ੍ਹਾਂ ਹੀ ਬਣਿਆ ਹੋਇਆ। ਭਾਵੇਂ ਅਸੀਂ ਖੰਡੇ ਦੀ ਪੌਲ ਛਕ ਕੇ ਇੱਕ ਪਿਤਾ ਤੇ ਇੱਕ ਮਾਤਾ ਦੇ ਪੁੱਤ ਹੋ ਗਏ ਆ, ਪਰ ਫਿਰ ਵੀ ਹਾਲੇ ਸਾਡੇ ਹਿਰਦੇ 'ਚ ਇਹ ਬੰਧਨ ਹੈ ਕਿ ਮੈਂ ਫਲਾਣੀ ਬਰਾਦਰੀ ਦਾ ਹਾਂ, ਮੈਂ ਫਲਾਣੀ ਜਾਤੀ ਦਾ ਹਾਂ। ਇਹਨੂੰ ਜਾਤੀ ਬੰਧਨ ਕਹਿੰਦੇ ਆ। ਦੂਸਰਾ ਬੰਧਨ ਪਰਿਵਾਰ ਦੇ ਵਿੱਚ ਜਿਸ ਟੱਬਰ 'ਚ ਰਹਿੰਦੇ ਆ ਉਹਦੇ ਬੰਧਨ ਦੇ ਵਿੱਚ ਫਸੇ ਹੋਣਾ, ਉਹਦੀ ਮਮਤਾ, ਉਹਦਾ ਮੋਹ। ਫਿਰ ਅਨੇਕ ਪ੍ਰਕਾਰ ਦੇ ਕਰਮਾਂ ਦੇ ਬੰਧਨ ਸਾਨੂੰ ਪਏ ਹੋਏ ਨੇ। ਉਹ ਕਰਮਾਂ ਦੇ ਬੰਧਨ ਹਨ। ਜਿਹੜਾ ਹਰ ਪ੍ਰਕਾਰ ਨਾਲ ਬੰਨਿਆ ਹੋਵੇ ਉਹਨੂੰ ਹੀ ਬੰਦਾ ਕਹਿੰਦੇ ਆ ਨਾ। ਅਸੀਂ ਰੋਟੀ ਬਿਨਾਂ ਰਹਿ ਸਕਦੇ ਆ, ਇਹ ਰੋਟੀ ਦਾ ਵੀ ਤਾਂ ਬੰਧਨ ਹੀ ਹੈ ਸਾਨੂੰ ਲੱਗਾ ਹੋਇਆ। ਇਹ ਵੀ ਬੰਧਨ ਹੈ ਭੋਜਨ ਦਾ। ਅੰਨ ਤੋਂ ਬਿਨਾਂ ਨਹੀਂ ਅਸੀਂ ਰਹਿ ਸਕਦੇ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਵੀ ਬੰਧਨ ਹੀ ਨੇ। ਆ ਜਿਹੜਾ ਸਰੀਰ ਹੈ ਇਹਦਾ ਬੰਧਨ ਕਿ ਮੈਂ ਸਰੀਰ ਹਾਂ। ਜਦੋਂ ਕੋਈ ਪੁੱਛੇ ਤੁਸੀਂ ਕੌਣ ਹੋ, ਅਸੀਂ ਝੱਟ ਕਹਿੰਦੇ ਆ ਮੈਂ ਫਲਾਣਾ ਸਿਓ। ਕਿਹੋ ਜਿਹਾ ਦਿਸਦਾ? ਕੋਈ ਪੁੱਛੇ ਫੋਨ ਤੇ ਵੀ ਕਿਹੋ ਜਿਹਾ ਦਿਸਦਾ, ਤੇਰੀ ਸ਼ਕਲ ਕਿਹੋ ਜਿਹੀ ਹੈ, ਕੱਪੜੇ ਕਿਹੋ ਜਿਹੇ ਹੈ, ਅਸੀਂ ਝੱਟ ਕਹਿ ਦਿੰਦੇ ਆ ਵੀ ਮੇਰੀਆਂ ਅੱਖਾਂ ਦਾ ਰੰਗ ਆਹ ਹੈ, ਕੱਦ ਮੇਰਾ ਇੰਨਾ ਹੈ, ਇਹੋ ਜਿਹਾ ਰੰਗ ਹੈ, ਇਹੋ ਜਿਹੀ ਸ਼ਕਲ ਹੈ, ਇਹੋ ਜਿਹੀ ਮੈਂ ਪੱਗ ਬੰਨਦਾ। ਯਾਨੀ ਕਿ ਸਾਨੂੰ ਆਪਣੇ ਇਸੇ ਸਰੂਪ ਦਾ ਪਤਾ ਹੈ। ਇਹ ਵੀ ਬੰਧਨ ਹੈ। ਅਸਲ ਸਰੂਪ ਜਿਹੜਾ ਹੈ ਉਹਦਾ ਤਾਂ ਨਹੀਂ ਗਿਆਨ, ਉਹਦੀ ਤਾਂ ਸੋਝੀ ਨਹੀਂ ਹੈ। ਉਹ ਨਾ ਪੱਗ ਬੰਨਦਾ, ਉਹਦੀਆਂ ਨਾ ਅੱਖਾਂ ਨੇ,
ਉਹਦੇ ਨਾ ਹੱਥ ਨੇ, ਉਹਦੇ ਨਾ ਪੈਰ ਨੇ, ਉਹਦੀ ਨਾ ਨਾਸਕਾ ਹੈ। ਅਸਲ ਸਰੂਪ ਤਾਂ ਸਾਡਾ ਉਹ ਹੈ, ਉਹਦਾ ਸਾਨੂੰ ਬੋਧ ਹੀ ਨਹੀਂ ਹੈ। ਆਹ ਬਾਹਰ ਜਿਹੜਾ ਸਰੀਰ ਹੈ, ਇਹਨੂੰ ਹੀ ਆਪਣਾ ਸਰੂਪ ਸਮਝੀ ਬੈਠੇ ਆ, ਇਹ ਸਭ ਤੋਂ ਵੱਡਾ ਬੰਧਨ ਹੈ। ਅਸੀਂ ਇਸ ਸਰੀਰ ਦੇ ਬੰਧਨ ਤੋਂ ਮੁਕਤ ਕਿਵੇਂ ਹੋਈਏ, ਇਹ ਗੁਰੂ ਸਾਹਿਬ ਜੀ ਦੱਸਦੇ ਹੈ। ਇਸ ਕਰਕੇ ਗੁਰੂ ਤੋਂ ਬਿਨਾਂ ਇਸ ਬੰਧਨ ਤੋਂ ਮੁਕਤੀ ਨਹੀਂ ਮਿਲਣੀ, ਗੁਰੂ ਤੋਂ ਬਿਨਾਂ ਇਹ ਬੰਧਨ ਨਹੀਂ ਟੁੱਟਣਾ। तो पातशाह जी फरमान करते ने, बिन गुर बंधन टूटह नाही। गुरु तो बिना ये बंधन नहीं टुटना। गुरमुख मोख द्वारा, जेड़ा गुरु का मुख है ना, गुरु का मुख, गुरु नानक साहब का मुख केड़ा, कोई पूछे। गुरु नानक गुरु गोबिंद सिंह साहब का मुखार बिंद केड़ा, गुरु नानक गुरु गोबिंद सिंह साहब का मुखार बिंद है गुरु की बाणी। ये गुरु का मुख है और यही मुक्ति का दरवाजा है। गुरु का मुख ही गुरु के सिख वास्ते मुक्ति का दरवाजा है। जेड़ा गुरु की बाणी नाल जुड़िया, गुरबाणी का अभ्यासी है, गुरबाणी का नेमी है, भाई उन्होंने मुक्ति का दरवाजा प्राप्त हुंदा है। बिना गुरु तो बंधन नहीं टुटदा, गुरु ही अपने सिख दे बंधन कटदा है। इस करके पातशाह जी इत्थे स्पष्ट करते ने, बिन गुर बंधन टूटह नाही, बिन गुर बंधन टूटह नाही, बिन गुर बंधन टूटह नाहे, बिन गुर बंधन टूटह नाहे। गुरमुख मोख द्वारा, 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 गुरमुख मोख द्वारा। गुरु का मुख मुक्ति का दरवाजा है। जेड़ा गुरु के बचना नूं पालदा है वो मुक्त हो जाता है। जेड़ा गुरु के बचना की कमाई करदा वो मुक्त हो जाता है। इस करके गुरु का मुख ही मुक्ति का दरवाजा है। कर्म कर है गुर शब्द ना पछाण है, मर जन्म है वारो वारा। कहते कर्म करदा है बंदा, कर्म बहुत करदा है। कहता जी मैं तो काम बड़े बड़े भले करदा। पातशाह कहते कर्म करदा पर गुरु दे शब्द नूं नहीं पछाणदा कि गुरु का उपदेश की है, गुरु का शब्द की है। कर्म कर है गुरु शब्द ना पछाण है। गुर शब्द नूं पछाणदा ही नहीं भी गुरु दे शब्द की कला की है। खालसा जी ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਨੂੰ ਪੁੱਛੋ ਗੁਰਬਾਣੀ ਦੀ ਕਲਾ ਕੀ ਹੈ। ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਉਹ ਕੀ ਜਾਣਨ ਗੁਰ ਸ਼ਬਦ ਦੇ ਵਿੱਚ ਕਿਹੋ ਜੀ ਖੇਡ ਹੈ, ਗੁਰਬਾਣੀ ਵਿੱਚ ਕਿਹੋ ਜੀ ਖੇਡ ਹੈ, ਉਹ ਕਿਆ ਜਾਣਨ। ਕਰਮ ਕਰਦੇ ਹਨ ਅਨੇਕ ਪ੍ਰਕਾਰ ਦੇ। कहते जी असी बड़े बड़े प्याऊ लाए हुए ने, लोगों को पानी पिआने हैं प्यासियां जी। असी लंगर भी ला देने तो बड़े भुखियां नूं प्रशादा छकाउने। कर्म करते ने, बड़े लोग ने जिहड़े कर्म करते। पर जे वो गुर शब्द नूं नहीं पछाणदे ते फिर इहो जे कर्मां दा उन्हां नूं कोई लाभ नहीं होना। सगवां ਇਹੋ ਜਿਹੇ ਲੋਕ ਮਹਾਰਾਜ ਜੀ ਕਹਿੰਦੇ ਆ ਬਾਰ ਬਾਰ ਜੰਮਦੇ ਤੇ ਮਰਦੇ ਰਹਿੰਦੇ ਆ। ਮਰ ਜਨਮ ਹੈ ਵਾਰੋ ਵਾਰਾ, ਬਾਰ ਬਾਰ ਇਹੋ ਜਿਹੇ ਬੰਦੇ ਮਰਦੇ ਤੇ ਜੰਮਦੇ ਰਹਿੰਦੇ ਨੇ ਜਿਹੜੇ ਗੁਰੂ ਕੇ ਸ਼ਬਦ ਨੂੰ ਨਹੀਂ ਪਛਾਣਦੇ, ਬਸ ਕਰਮਾਂ ਵਿੱਚ ਤੇ ਜ਼ੋਰ ਦਿੰਦੇ। ਕਰਮ ਕਾਂਡ ਤੋਂ ਬਾਅਦ ਉਪਾਸ਼ਨਾ ਕਾਂਡ ਹੈ, ਉਪਾਸ਼ਨਾ ਕਾਂਡ ਤੋਂ ਬਾਅਦ ਗਿਆਨ ਕਾਂਡ ਹੈ। ये तिन्ने चाहिए ने। ये नहीं कि कर्म नहीं करने, कर्म कांड भी होवे पर कर्म कांड नाल उपासना भी होनी चाहिए है।
ਉਪਾਸ਼ਨਾ ਕਾਂਡ ਤੋਂ ਬਾਅਦ ਹੀ ਗਿਆਨ ਕਾਂਡ ਦੀ ਪ੍ਰਾਪਤੀ ਹੈ। ਅਸੀਂ ਕਰਮ ਕਰਦੇ ਹਾਂ, ਮਹਾਰਾਜ ਜੀ ਨੇ ਕਿਹਾ ਸੇਵਾ ਕਰਿਆ ਕਰ, ਜੋੜੇ ਝਾੜਿਆ ਕਰ, ਅੰਮ੍ਰਿਤ ਵੇਲੇ ਇਸ਼ਨਾਨ ਕਰ, ਇਹ ਕਰਮ ਨੇ। ਅੰਮ੍ਰਿਤ ਵੇਲੇ ਉੱਠਣਾ ਕਰਮ ਹੈ, ਇਸ਼ਨਾਨ ਕਰਨਾ ਕਰਮ ਹੈ। ਜਦੋਂ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਬਾਣੀ ਪੜ੍ਹਦੇ ਹਾਂ, ਬਹਿ ਕੇ ਨਿਤਨੇਮ ਕਰਦੇ ਹਾਂ, ਉਹ ਹੈ ਉਪਾਸ਼ਨਾ। ਹੁਣ ਮੈਂ ਕੱਲਾ ਇਸ਼ਨਾਨ ਕਰਕੇ ਬੈਠਾ ਰਹਾ, ਬਾਣੀ ਨਾ ਪੜਾਂ ਤੇ ਆਖਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਿਆ, ਬਸ ਇਹਦੇ ਨਾਲ ਹੀ ਮੇਰੀ ਕਲਿਆਣ ਨਹੀਂ। ਉਸ ਤੋਂ ਬਾਅਦ ਉਪਾਸ਼ਨਾ ਵੀ ਚਾਹੀਦੀ ਹੈ। ਉਪਾਸ਼ਨਾ ਵੀ ਤਾਂ ਚਾਹੀਦੀ ਹੈ ਨਾ, ਨਿਤਨੇਮ ਵੀ ਚਾਹੀਦਾ, ਬਾਣੀ ਵੀ ਚਾਹੀਦੀ ਹੈ। ਫਿਰ ਜਦੋਂ ਚੱਲ ਕੇ ਆਇਆ ਗੁਰੂ ਘਰ, ਗੁਰੂ ਘਰ ਚੱਲ ਕੇ ਆਉਣਾ ਹੈ ਕਰਮ। ਗੁਰੂ ਘਰ ਜਦੋਂ ਚੱਲ ਕੇ ਆਏ ਹੈ ਕਰਮ। ਤੁਸੀਂ ਸਰੋਵਰ 'ਚ ਇਸ਼ਨਾਨ ਕੀਤਾ, ਇਹ ਹੈ ਕਰਮ। ਹੁਣ ਚੱਲ ਕੇ ਆਏ, ਸਰੋਵਰ 'ਚ ਇਸ਼ਨਾਨ ਕੀਤਾ, ਇਹ ਕਰਮ ਹੋ ਗਿਆ। ਪਰ ਹੁਣ ਅਗਲਾ ਕੰਮ ਨਾ ਕਰੀਏ ਤੇ ਫਿਰ ਇਹ ਕਰਮ ਦਾ ਕਿਵੇਂ ਲਾਭ ਮਿਲੇਗਾ? ਇਸ ਤੋਂ ਅਗਲਾ ਕਰਮ ਹੈ ਉਪਾਸ਼ਨਾ, ਕਿ ਸੰਗਤ ਵਿੱਚ ਕੁਝ ਸਮਾਂ ਬੈਠੋ, ਕਥਾ ਸੁਣੋ, ਕੀਰਤਨ ਸੁਣੋ, ਬਾਣੀ ਪੜ੍ਹੋ, ਸੁਣੋ, ਉਪਾਸ਼ਨਾ ਕਰੋ। ਉਪਾਸ਼ਨਾ ਕਰਦਿਆਂ ਕਰਦਿਆਂ ਹੀ ਗਿਆਨ ਦੀ ਪ੍ਰਾਪਤੀ ਹੋਣੀ ਹੈ। ਹੁਣ ਕੱਲੇ ਕਰਮ ਕਰੀ ਜਾਈਏ, ਉਪਾਸ਼ਨਾ ਨਾ ਕਰੀਏ, ਗਿਆਨ ਕਾਂਡ ਦੇ ਵਿੱਚ ਨਾ ਜਾਈਏ, ਫਿਰ ਮਹਾਰਾਜ ਜੀ ਕਹਿੰਦੇ ਆ ਮਰ ਜਨਮੈ ਵਾਰੋ ਵਾਰਾ। ਫਿਰ ਤਾਂ ਜਨਮ ਮਰਨ ਤੋਂ ਖਹਿੜਾ ਨਹੀਂ ਛੁੱਟਣਾ ਕੱਲੇ ਕਰਮਾਂ ਨਾਲ। ਕਰਮਾਂ ਨਾਲ ਉਪਾਸ਼ਨਾ ਵੀ ਚਾਹੀਦੀ ਹੈ, ਉਪਾਸ਼ਨਾ ਨਾਲ ਗਿਆਨ ਵੀ ਚਾਹੀਦਾ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ, ਬਹੁਤ ਲੋਕ ਨੇ ਸੰਸਾਰ ਵਿੱਚ ਜਿਹੜੇ ਕਰਮ ਕਰਦੇ ਨੇ, ਕਹਿੰਦੇ ਜੀ ਅਸੀਂ ਅਰਚਨਾ ਕਰਦੇ ਹਾਂ, ਪੂਜਾ ਕਰਦੇ ਹਾਂ, ਸੰਧਿਆ ਕਰਦੇ ਹਾਂ, ਆਰਤੀ ਕਰਦੇ ਹਾਂ, ਤਰਪਣ ਕਰਦੇ ਹਾਂ, ਬਹੁਤ ਸਾਰੇ ਕਰਮ ਨੇ। ਪਰ ਜੋ ਉਪਾਸ਼ਨਾ ਨਹੀਂ ਕਰਦੇ, ਗਿਆਨ ਕਾਂਡ ਵਿੱਚ ਜਾ ਕੇ ਸੁਰਤ ਨੂੰ ਨਹੀਂ ਟਿਕਾਉਂਦੇ, ਉਦੋਂ ਤੱਕ ਮਹਾਰਾਜ ਜੀ ਕਹਿੰਦੇ ਆ ਇਹ ਜੀਵ ਜੰਮਦਾ ਤੇ ਮਰਦਾ ਰਹਿੰਦਾ, ਔਰ ਬਾਰ-ਬਾਰ ਜੰਮਦਾ ਮਰਦਾ ਹੈ। ਮਰ ਜਨਮ ਹੈ ਵਾਰੋ ਵਾਰਾ, ਬਾਰ-ਬਾਰ ਜੰਮਦਾ ਤੇ ਮਰਦਾ ਹੈ। ਆਓ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸ ਹੀ ਕੇਰਾ। ਫਿਰ ਕਹਿੰਦਾ ਹਾਂ ਮੈਂ ਹੀ ਆ, ਆ ਮੇਰਾ, ਆ ਵੀ ਮੇਰਾ। ਪਾਤਸ਼ਾਹ ਕਹਿੰਦੇ ਇਹਦੇ ਵਿੱਚ ਹੀ ਇਹ ਸਾਰਾ ਜੱਗ ਪਲਚ ਰਿਹਾ। ਪਲਚ ਰਿਹਾ ਦਾ ਮਤਲਬ ਹੁੰਦਾ ਖੁਆਰ ਹੋ ਰਿਹਾ, ਇਸੇ ਚ ਉਲਝਿਆ ਹੋਇਆ। ਆ ਵੀ ਮੇਰਾ, ਮੈਂ, ਮੇਰੀ, ਕੋਈ ਨਾ ਕਿਸ ਹੀ ਕੇਰਾ। ਸੱਚਾਈ ਇਹ ਹੈ ਸੱਜਣਾ ਜੋ ਤੂੰ ਕਹਿਣਾ ਨਾ, ਆ ਵੀ ਮੇਰਾ, ਆ ਵੀ ਮੇਰਾ। ਸੱਚਾਈ ਇਹ ਹੈ ਕਿ ਇਹਦੇ ਵਿੱਚੋਂ ਕੋਈ ਕਿਸੇ ਦਾ ਨਹੀਂ ਹੈ। ਕੋਈ ਨਾ ਕਿਸ ਹੀ ਕੇਰਾ, ਕੋਈ ਵੀ ਕਿਸੇ ਦਾ ਨਹੀਂ। ਇਹ ਭੁਲੇਖਾ ਹੀ ਹੈ ਬੰਦੇ ਨੂੰ, ਆ ਮੇਰਾ। ਏਦਾਂ ਦੀ ਬਿਰਤੀ ਇਸ ਮਨੁੱਖ ਦੇ ਹਿਰਦੇ ਵਿੱਚ ਹੈ। ਗੁਰਮੁਖ ਮਹਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਗੁਰਮੁਖਾਂ ਨੂੰ ਮਹਿਲ ਮਿਲ ਗਿਆ, ਮਹਿਲ। ਆਹਾ, ਗੁਰਮੁਖਾਂ ਨੂੰ ਮਹਿਲ ਦੀ ਪ੍ਰਾਪਤੀ ਹੋ ਗਈ। ਗੁਰਮੁਖਾਂ ਨੂੰ ਕਿਹੜਾ ਮਹਿਲ ਮਿਲਿਆ? ਆ ਜਿਹੜੀ ਤੁਸੀਂ ਜਗ੍ਹਾ ਤੇ ਬੈਠੇ ਹੋ ਨਾ, ਗੁਰੂ ਕੀ ਸੰਗਤ, ਗੁਰਮੁਖਾਂ ਨੂੰ ਇਸ ਮਹਿਲ ਦੀ ਪ੍ਰਾਪਤੀ। ਇਹ ਮਹਿਲ, ਇਹਦੇ ਬਾਰੇ ਗੁਰੂ ਅਮਰਦਾਸ ਸਾਹਿਬ ਜ਼ਿਕਰ ਕਰ ਰਹੇ ਨੇ, ਜਿੱਥੇ ਇਸ ਵੇਲੇ ਤੁਸੀਂ ਸਾਰੇ ਜੁੜ ਕੇ ਬੈਠੇ ਹੋ। ਗੁਰੂ ਕੀ ਸੰਗਤ ਹੀ ਗੁਰੂ ਕਾ ਮਹਿਲ ਹੈ। ਗੁਰਮੁਖਾਂ ਨੂੰ ਇਸ ਮਹਿਲ ਦੀ ਪ੍ਰਾਪਤੀ ਹੋ ਗਈ, ਔਰ ਇਸ ਮਹਿਲ ਨੂੰ ਪ੍ਰਾਪਤ ਕਰਕੇ ਗੁਣ ਗਾਵਨ, ਇਸ ਮਹਿਲ ਵਿੱਚ ਸੰਗਤ ਵਿੱਚ ਆ ਕੇ ਗੁਰਮੁਖ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਗੁਣ ਗਾਵਨ, ਗੁਣ ਗਾਉਂਦੇ ਹਨ ਤੇ ਪਰਮੇਸ਼ਰ ਦੇ ਗੁਣ ਗਾ ਕੇ ਨਿਜ ਘਰ ਹੋਏ ਬਸੇਰਾ। ਉਹਨਾਂ ਗੁਰਮੁਖਾਂ ਦਾ ਆਪਣੇ ਨਿਜ ਘਰ ਦੇ ਵਿੱਚ ਵਾਸਾ ਹੁੰਦਾ, ਜਿਹੜਾ ਨਿਜ ਘਰ ਹੈ, ਨਿਜ ਘਰ ਆਤਮ ਸਰੂਪ। ਉੱਥੇ ਜਾ ਕੇ ਉਹਨਾਂ ਗੁਰਮੁਖਾਂ ਦਾ ਵਸੇਰਾ ਹੁੰਦਾ ਹੈ। ਉਹ ਆਪਣੇ ਨਿਜ ਘਰ ਦੇ ਵਿੱਚ ਜਾ ਕੇ ਵਸਦੇ ਨੇ, ਜਿਹੜੇ ਸਾਧ ਸੰਗਤ ਰੂਪੀ ਮਹਿਲ ਵਿੱਚ ਆ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਇੱਥੇ ਬੂਝੈ ਸੋ ਆਪ ਪਛਾਣੈ,
ਹਰ ਪ੍ਰਭ ਹੈ ਤਿਸ ਕੇਰਾ। ਜਿਹੜੇ ਇੱਥੇ ਬੁੱਝ ਲੈਂਦੇ ਆ ਨਾ ਸੰਗਤ ਵਿੱਚ ਆ ਕੇ, ਇੱਥੇ ਬੁੱਝਾ ਜਿਹੜੇ ਇੱਥੇ ਬੁੱਝ ਲੈਂਦੇ ਆ ਸੋ ਆਪ ਪਛਾਣੈ, ਉਹੀ ਆਪਣੇ ਆਪ ਨੂੰ ਪਛਾਣਦੇ ਨੇ ਵੀ ਮੇਰਾ ਸਵਰੂਪ ਕੀ ਹੈ। ਹਰ ਪ੍ਰਭ ਹੈ ਤਿਸ ਕੇਰਾ। ਜਿਹੜੇ ਆਪਣੇ ਆਪ ਨੂੰ ਪਛਾਣ ਲੈਂਦੇ ਆ ਵੀ ਮੇਰਾ ਸਰੂਪ ਕੀ ਹੈ, ਉਹ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਹੋ ਜਾਂਦਾ। ਜਿਹੜੇ ਆਪਣੇ ਨਿਜ ਸਰੂਪ ਨੂੰ ਪਛਾਣ ਲੈਣ, ਜਿਨ੍ਹਾਂ ਨੂੰ ਆਪਣੇ ਆਪੇ ਦੀ ਸੋਝੀ ਹੋ ਜਾਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਹੋ ਜਾਂਦਾ। ਆ ਸਾਧ ਸੰਗਤ ਵਾਲਾ ਸਥਾਨ ਇਹ ਬੁੱਝਣ ਦਾ ਸਥਾਨ ਹੈ। ਇੱਥੇ ਆ ਕੇ ਬੁੱਝਣਾ, ਕੀ ਬੁੱਝਣਾ? ਆਪਣੇ ਨਿਜ ਸਰੂਪ ਨੂੰ ਬੁੱਝਣਾ ਵੀ ਮੇਰਾ ਸਰੂਪ ਕੀ ਹੈ, ਮੈਂ ਕੀ ਮੰਨੀ ਬੈਠਾ ਆਪਣੇ ਆਪ ਨੂੰ। ਜਿਹੜੇ ਇੱਥੇ ਆ ਕੇ ਬੁੱਝ ਲੈਂਦੇ ਆ ਉਹੀ ਆਪਣੇ ਆਪ ਨੂੰ ਪਛਾਣਦੇ ਨੇ, ਔਰ ਉਹ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮੇਸ਼ਰ ਉਹਨਾਂ ਦਾ ਹੈ। ਸਤਿਗੁਰੂ ਸਦਾ ਦਇਆਲ ਹੈ ਭਾਈ। ਇਹ ਭਾਈ ਮੇਰਾ ਸਤਿਗੁਰੂ ਸਦਾ ਹੀ ਦਇਆਲ ਹੈ, ਇਹ ਨਹੀਂ ਵੀ ਕਦੇ ਕਦੇ ਦਇਆ ਕਰਦਾ ਹੈ। ਬੰਦਿਆਂ ਦੇ ਸੁਭਾਅ ਹੁੰਦੇ ਨੇ ਵੀ ਕਦੇ ਕਦੇ ਦਇਆ ਜੀ ਆਈ ਹੁੰਦੀ ਹੈ, ਸਦਾ ਤਾਂ ਨਹੀਂ ਰਹਿੰਦੀ। ਮੇਰੇ ਸਾਹਿਬ ਦਾ ਸੁਭਾਅ ਸਦਾ ਹੀ ਦਿਆਲੂ ਹੈ, ਉਹ ਸਦਾ ਹੀ ਦਇਆ ਕਰਦੇ ਨੇ, ਅੱਠੇ ਪੈਰ ਨਿਰੰਤਰ। ਸਤਿਗੁਰ ਸਦਾ ਦਿਆਲ ਹੈ ਭਾਈ, ਮੇਰਾ ਸਤਿਗੁਰੂ ਸਦਾ ਹੀ ਦਿਆਲ ਹੈ ਭਾਈ, ਉਹ ਸਦਾ ਹੀ ਦਇਆ ਕਰਦਾ। ਵੇਣ ਭਾਗਾਂ ਕਿਆ ਪਾਈਐ। ਪਰ ਭਾਗਾਂ ਤੋਂ ਬਿਨਾਂ ਕੀ ਮਿਲ ਸਕਦਾ? ਸਤਿਗੁਰੂ ਜੀ ਤਾਂ ਸਦਾ ਹੀ ਦਿਆਲ ਨੇ, ਭਾਗਾਂ ਬਿਨਾਂ ਤਾਂ ਨਹੀਂ ਨਾ ਲੱਭਦਾ ਕੁਝ। ਗੱਲ ਤਾਂ ਭਾਗਾਂ ਦੀ ਹੈ, ਭਾਗਾਂ ਉੱਤੇ ਨਿਬੜਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਸਜਣਾ ਕਰਮ ਚੰਗੇ ਕਰੀ ਤਾਂ ਜੋ ਭਾਗ ਚੰਗੇ ਹੋਣ। ਕਰਮ ਮਾੜੇ ਨਾ ਕਰੀ ਕਿ ਤੇਰੇ ਭਾਗ ਮਾੜੇ ਹੋ ਜਾਣ। ਕਰਮ ਚੰਗੇ ਕਰੀ ਤਾਂ ਜੋ ਤੇਰੇ ਭਾਗ ਚੰਗੇ ਹੋਣ, ਕਿਉਂਕਿ ਚੰਗੇ ਭਾਗ ਹੋਣਗੇ ਤੇ ਗੁਰੂ ਦੀ ਦਇਆ ਵਰਤੇਗੀ ਔਰ ਤੂੰ ਉਸ ਦਇਆ ਦਾ ਪਾਤਰ ਬਣ ਜਾਏਗਾ। ਗੁਰੂ ਦੀ ਦਇਆ ਸदैवी ਵਰਤਦੀ ਹੈ। ਮੀਂਹ ਵਰਸ ਰਿਹਾ, ਹੁਣ ਤੂੰ ਭਾਂਡਾ ਮੂਧਾ ਮਾਰਿਆ, ਇਹਦੇ ਚ ਮੀਂਹ ਦਾ ਕੀ ਦੋਸ਼ ਹੈ? ਉਹ ਕਿਵੇਂ ਭਰੇਗਾ? ਗੁਰੂ ਸਦਾ ਹੀ ਦਿਆਲ ਹੈ, ਪਰ ਜੇ ਤੂੰ ਗੁਰੂ ਦੀ ਦਇਆ ਦੇ ਪਾਤਰ ਬਣਨਾ ਚਾਹੁੰਦਾ ਤਾਂ ਫਿਰ ਕਰਮ ਚੰਗੇ ਕਰਕੇ ਤੇਰੇ ਭਾਗ ਸਵੱਲੇ ਹੋਣ। ਮਹਾਰਾਜ ਜੀ ਕਹਿੰਦੇ, ਬਿਨ ਭਾਗਾਂ ਕਿਆ ਪਾਈਐ। ਭਾਗਾਂ ਤੋਂ ਬਿਨਾਂ ਕਿਵੇਂ ਕੀ ਪ੍ਰਾਪਤ ਹੋ ਸਕਦਾ ਹੈ? ਏਕ ਨਦਰ ਕਰ ਵੇਖੈ ਸਭ ਉਪਰ। ਮੇਰਾ ਗੁਰੂ ਤਾਂ ਇੱਕੋ ਜਿਹੀ ਨਜ਼ਰ ਕਰਕੇ ਵੇਖਦਾ ਸਾਰਿਆਂ ਤੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਹੀ ਪੜਾਉਂਦਾ। 50 ਬੱਚੇ ਪੜ੍ਹਨ, ਉਹਦੇ ਕੋਲੋਂ 100 ਪੜ੍ਹਨ, ਸਾਰਿਆਂ ਨੂੰ ਇੱਕੋ ਜਿਹਾ ਸਬਜੈਕਟ ਪੜਾਉਂਦਾ, ਇੱਕੋ ਜਿਹਾ। ਪਰ ਉਹਨਾਂ ਵਿੱਚੋਂ ਕੁਝ ਬੱਚੇ ਫੇਲ ਹੋ ਜਾਂਦੇ ਨੇ, ਕੁਝ ਚੰਗੇ ਵਧੀਆ ਨੰਬਰ ਲੈ ਲੈਂਦੇ, ਕੁਝ ਮਸਾਂ ਹੀ ਪਾਸ ਹੁੰਦੇ। ਅਧਿਆਪਕ ਤਾਂ ਸਾਰਿਆਂ ਨੂੰ ਇੱਕੋ ਜਿਹਾ ਪੜ੍ਹਾ ਰਿਹਾ ਹੈ। ਮੇਰਾ ਗੁਰੂ ਸਾਰਿਆਂ ਤੇ ਇੱਕੋ ਜਿਹੀ ਨਜ਼ਰ ਕਰਕੇ ਵੇਖਦਾ, ਪਰ ਜਿਹਦੇ ਅੰਦਰ ਜਿਹੋ ਜਿਹੀ ਭਾਵਨਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਸਭ ਤੇ ਇੱਕੋ ਜਿਹਾ ਨਜ਼ਰ ਕਰਕੇ ਵੇਖਦੇ ਆ। ਇਹ ਨਹੀਂ ਵੀ ਕਿਸੇ ਨਾਲ ਦਵੰਜ ਕਰਦੇ ਹੋਣ ਕਿ ਕਿਸੇ ਤੇ ਨਜ਼ਰ ਕਰ ਦਿੱਤੀ ਦਇਆ ਕਰਕੇ, ਕਿਸੇ ਤੇ ਕੀਤੀ ਨਹੀਂ। ਮੇਰਾ ਗੁਰੂ ਏਕ ਨਜ਼ਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਕਹਿੰਦੇ ਭਾਈ ਜਿਹੋ ਜਿਹਾ ਕਿਸੇ ਦੀ ਭਾਵਨਾ ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ। ਮੇਰਾ ਗੁਰੂ ਸਭ ਤੇ ਇੱਕੋ ਜੀ ਨਿਗਾਹ ਕਰਕੇ, ਇੱਕੋ ਜੀ ਨਜ਼ਰ ਕਰਕੇ ਵੇਖਦਾ, ਸਭ ਤੇ ਇੱਕੋ ਜੀ ਨਜ਼ਰ ਕਰਕੇ। ਜੈਸੀ ਕਿਸੇ ਦੀ ਭਾਵਨਾ ਵੈਸਾ ਫਲ ਉਹਨੂੰ ਗੁਰੂ ਕੋਲੋਂ ਪ੍ਰਾਪਤ ਹੋ ਜਾਂਦਾ ਹੈ। ਜਾਂ ਇਉਂ ਕਹਿ ਲਈਏ, ਗੁਰੂ ਸ਼ੀਸ਼ਾ ਹੈ, ਗੁਰੂ ਆਰਸੀ ਹੈ। ਗੁਰੂ ਰੂਪੀ ਸ਼ੀਸ਼ੇ 'ਚ ਤੁਸੀਂ ਜਿਹੋ ਜਿਹਾ ਮੂੰਹ ਲੈ ਕੇ ਆਓਗੇ ਉਹੋ ਜਿਹਾ ਦਿਸ ਜਾਏਗਾ। ਕੋਈ ਵਿੰਗਾ ਟੇਢਾ ਬਣਾ ਕੇ ਵੇਖੇ, ਵਿੰਗਾ ਟੇਢਾ ਦਿਸੇਗਾ। ਕੋਈ ਸਿੱਧਾ ਮੁਖ ਲੈ ਕੇ ਆਵੇ, ਸਿੱਧਾ ਦਿਸੇਗਾ। ਕੋਈ ਗੁਸੈਲਾ ਜਿਹਾ ਮੂੰਹ ਲੈ ਕੇ ਆਵੇ, ਉਦਾਂ ਦਿਸੇਗਾ। ਕੋਈ ਖਿੜਿਆ ਹੋਇਆ ਮੂੰਹ ਲੈ ਕੇ ਆਵੇ, ਉਹਨੂੰ ਖਿੜਿਆ ਹੋਇਆ ਦਿਸੇਗਾ। ਸ਼ੀਸ਼ੇ ਨੇ ਉਹਾ ਕੁਝ ਵਿਖਾਣਾ ਜਿਹੋ ਜਿਹਾ ਤੁਹਾਡਾ ਸਵਰੂਪ ਹੈ। ਇਸ ਕਰਕੇ ਜਿਹੋ ਜਿਹੀ ਭਾਵਨਾ ਹੋਵੇਗੀ ਗੁਰੂ ਕੋਲ ਉਹੋ ਜਿਹਾ ਫਲ ਮਿਲ ਜਾਣਾ। ਗੁਰੂ ਦੀ ਨਜ਼ਰ ਸਭ ਤੇ ਇੱਕੋ ਜਿਹੀ ਹੈ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ
ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ। ਸਰਵਣ ਕਰੀਏ ਜੀ। ਨਾਨਕ ਨਾਮ ਵਸੈ ਮਨ ਅੰਤਰ, ਵਿੱਚ ਹੋ ਆਪ ਗਵਾਈਐ। ਅਖੀਰਲੀ ਪੰਕਤੀ 'ਚ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹੈ ਕਿ ਜਿਨ੍ਹਾਂ ਨੇ ਆਪਣੇ ਵਿੱਚੋਂ ਆਪਣਾ ਆਪਾ ਭਾਵ ਗਵਾ ਦਿੱਤਾ, ਆਪਣੀ ਮੈਂ ਮੇਰੀ ਮਿਟਾ ਦਿੱਤੀ ਹੈ, ਉਹਨਾਂ ਦੇ ਮਨਾਂ ਦੇ ਵਿੱਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਵਸਦਾ ਹੈ। ਜਿਨ੍ਹਾਂ ਨੇ ਆਪਣੇ ਵਿੱਚੋਂ ਆਪਣੇ ਆਪੇ ਭਾਵ ਨੂੰ ਗਵਾ ਦਿੱਤਾ ਹੈ, ਉਹਨਾਂ ਦੇ ਹਿਰਦਿਆਂ ਵਿੱਚ ਹੀ ਸਤਿਗੁਰਾਂ ਦਾ ਅੰਮ੍ਰਿਤ ਨਾਮ ਵਸਦਾ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਜੀਓ ਪਿੰਡ ਸਭ ਤੇਰੇ, ਤੁਮ ਮਾਤ ਪਿਤਾ ਹਮ ਤੁਮਰੇ ਕਿਰਪਾ ਮਹ, ਕੋਇ ਨ ਜਾਣੈ ਤੁਮਰਾ ਊਚੈ ਤੇ ਊਚਾ, ਸਗਲ ਸਮਗਰੀ ਤੁਮਰਾ ਤੁਮ ਤੇ ਹੋਇ ਸੋ ਆਗਿਆ, ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ ਸਦਾ ਤੁਮਰੀ ਗਤ ਮਿਤ, ਨਾਨਕ ਦਾਸ ਸਦਾ। ਬੋਲੋ ਜੀ ਵਾਹਿਗੁਰੂ, ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ,
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਰਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੇ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੇ ਪੈਜ ਪੰਥ ਕੇ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਾਨ ਨੀਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ। ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੈ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਦੇ ਸੱਚਖੰਡ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸੰਪੂਰਨ ਸਦੀਵਾਰ। 6 ਪੌੜੀਆਂ ਆਨੰਦ ਸਾਹਿਬ ਦੀਆਂ ਗਾਇਨ ਹੋਈਆਂ। ਉਪਰੰਤ ਆਪ ਜੀ ਵੱਲੋਂ
ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਮੁਖ ਵਾਕ ਦੀ ਕਥਾ ਵਿਚਾਰ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਭੁੱਲਾਂ ਦੇ ਖਿਮਾ ਕਰਨੇ ਅੱਗੇ ਤੋਂ ਸਮਤ ਬਖਸ਼ਣੇ ਸ਼ੁੱਧ ਸੇਵਾ ਕਰਨ ਦਾ ਗੁਰਬਾਣੀ ਸ਼ੁੱਧ ਪੜਨ ਦਾ ਬਲ ਬੋਧ ਬਖਸ਼ਿਸ਼ ਕਰਨਾ ਮਹੀਨਾਵਾਰ ਪੰਚਮੀ ਦਾ ਜੋੜ ਮੇਲ ਮਨਾਉਂਦੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਯਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਰਬੱਤ ਦੀਆਂ ਹਾਜ਼ਰੀਆਂ ਭੇਟਾਵਾਂ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਕਾਲ ਥਾਂ ਪਾਉਣੀਆਂ ਦਰੋਂ ਕਰੋ ਸਿੱਖੇ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੇ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਅਰਦਾਸਾਂ ਜੋਦੜੀਆਂ ਦਰ ਪ੍ਰਵਾਨ ਕਰਦਿਆਂ ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਵ ਜਨ ਭਲ ਉਨ੍ਹਾਂ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ
ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ